परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हों, जिन्हों गुरु चरणों दे विच बैठण दे सुभाग समय प्राप्त होया। आओ असीं तुसीं सारे ही उत्तम कर्मां वाले हाँ, वड्डे कर्मां वाले हाँ, जिन्होंने गुरु चरणों दे विच बैठण दे सुभाग समय प्राप्त होए ने। साहिबे कमाल माता गुजर कौर जी दे अखियां दे तारे गुरु तेग बहादुर महाराज जी दे पुत्रां दे दानी नीले साह दे सवार आनंदपुर दे वासी पटने दे माही धन धन साहिब श्री गुरु गोबिंद सिंह महाराज जी उन्हां दे जीवन का इतिहास सरवण करते आ रहे हो। जिहड़ी जात साईं दी विच गुजरे पैंदी है मुजरे, नहीं ते सानू हासिल की आ। जिहड़ी जात साईं दी विच गुजरदी है और गुरमुख प्यारिओ लेखे दे विच पैंदी आ। आओ अपने मनुखा जन्म नूं सफला करन वास्ते गुरु जी दे चरणों दे विच चबरां तख्तां दे मालक गुरता गद्दी ते विराजमान प्रतख सतगुरु सारे संसार दे सांझे रहबर धन धन साहिब श्री गुरु ग्रंथ साहिब महाराज जी के पावन पवित्र चरणों के विच बैठ के आपां अपने समय और सवासां नूं सफले बनाउण दा यतन करिए। कल विचार चल रही सी सतगुरु कलगीधर पातशाह गुरु गोबिंद सिंह महाराज जिन्हां ने पौंटा साहिब की धरती ते चरण पाके ते पौंटा साहिब स्थान प्रगट कर दिता। सतगुरु जी का पौंटा किला रच के निवास करना ते सैना रखनी आदि सारे इलाके विच खबर फैल गई। जदों बाबा राम राय जी नूं इस सारी गल का पता लग्या तो बड़े घबराए। जदों बाबा राम राय जी नूं पता लग्या गुरु गोबिंद सिंह महाराज जी का इत्थे डेरा करना तो वो बड़े घबराए। बाबा जी ने सोचा कि गुरु जी करामात विच पूरे हैं। गुरु गोबिंद सिंह महाराज जी करामातां दे विच पूरे हैं अते शरीरक बलधारी ते बड़े योधे भी हैं। उन्हां तो पहाड़ी राजे भी थर थर कंबदे ने। जिहड़े पहाड़ी राजे सी ना वो गुरु गोबिंद सिंह महाराज जी
ਦੇ ਸਾਹਮਣੇ ਜਦੋਂ ਆਉਂਦੇ ਸੀ ਨਾ ਥਰ ਥਰ ਕੰਬਦੇ। ਪਹਿਲਾਂ ਤਾਂ ਆਉਂਦੇ ਨਹੀਂ ਸੀ, ਇੱਕ ਦੋ ਨੂੰ ਛੱਡ ਕੇ ਭੀਮ ਚੰਦ ਵਰਗੇ ਵੀ ਸਾਰੇ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਉਹਨਾਂ ਦੀ ਆਵਾਜ਼ ਨਹੀਂ ਸੀ ਨਿਕਲਦੀ, ਵੱਖੜੇ ਥਰ ਥਰ ਕੰਬੀ ਜਾਂਦੇ ਸੀ। ਤਾਂ ਗੁਰਮੁਖ ਪਿਆਰਿਓ, ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ, ਵਜੀਦਾ ਕਹਿੰਦੇ ਬੱਚਿਓ, ਜਦੋਂ ਸੂਬਾ ਸਰਹੰਦ ਦੀ ਕੈਦ ਵਿੱਚ ਸੀ, ਬੱਚਿਓ ਮੰਨ ਜੋ ਹੁਣ ਤੁਹਾਡਾ ਅੱਗੇ ਪਿੱਛੇ ਕੋਈ ਨਹੀਂ ਰਿਹਾ, ਤੁਹਾਡੇ ਪਿਤਾ ਦਾ ਤਾਂ ਅਸੀਂ ਨੇ ਕਤਲ ਕਰ ਦਿੱਤਾ। ਕਹਿੰਦੇ ਸਾਹਿਬਜ਼ਾਦਿਆਂ ਨੇ ਹੱਸ ਕੇ ਬੋਲਿਆ, ਕਹਿੰਦੇ ਵਜੀਦਿਆ ਐਡਾ ਕਿਹੜਾ ਤੇਰਾ ਸੂਰਮਾ ਜਿਹੜਾ ਸਾਡੇ ਪਿਤਾ ਨੂੰ ਕਤਲ ਕਰ ਦੇਵੇ। ਜਿੰਨੇ ਵੀ ਰਾਜੇ ਮਹਾਰਾਜੇ ਨੇ ਜਦੋਂ ਸਾਡੇ ਪਿਤਾ ਦੇ ਸਾਹਮਣੇ ਆਉਂਦੇ ਨੇ ਥਰ ਥਰ ਕੰਬਣ ਲੱਗ ਜਾਂਦੇ ਨੇ। ਇਹ ਸੱਚ ਗੱਲ ਹੈ, ਪਹਾੜੀ ਰਾਜੇ ਵੀ ਥਰ ਥਰ ਕੰਬਦੇ ਹੁੰਦੇ ਸੀ। ਜੇਕਰ ਉਹਨਾਂ ਨੇ ਪਿਛਲਾ ਬੈਰ ਯਾਦ ਕਰਕੇ ਸਾਨੂੰ ਆਣ ਦਬਿਆ ਤਾਂ ਫਿਰ ਅਸੀਂ ਕੀ ਕਰਾਂਗੇ। ਕੋਈ ਵੀ ਕਰਾਮਾਤ ਕਰਕੇ ਜਾਂ ਬਲ ਕਰਕੇ ਉਹਨਾਂ ਨੂੰ ਕੌਣ ਰੋਕਣ ਵਾਸਤੇ ਸਮਰੱਥ ਹੈ। ਰਾਮ ਰਾਏ ਕਹਿੰਦਾ ਇਹਨਾਂ ਵਿਚਾਰਾਂ ਦਾ ਭੈ ਕਰਕੇ ਬਾਬਾ ਜੀ ਨੇ ਆਪਣੇ ਮਸੰਦ ਭਾਈ ਗੁਰਦਾਸ ਜੀ ਨੂੰ ਅਤੇ ਹੋਰ ਮਸੰਦਾਂ ਨੂੰ ਇਕੱਠਿਆਂ ਕਰਕੇ ਆਪਣੀ ਇਹ ਵਿਚਾਰ ਦੱਸੀ ਅਤੇ ਪੁੱਛਿਆ ਕਿ ਹੋਰ ਇਹਦੇ ਉਪਾਅ ਕਰਨਾ, ਕੀ ਉਪਾਅ ਕਰਨਾ ਚਾਹੀਦਾ ਹੈ। ਉਹਨਾਂ ਦਾ ਜਸ ਸੁਣ ਕੇ ਮੇਰੇ ਮਨ ਵਿੱਚ ਤਾਂ ਧੀਰਜ ਨਹੀਂ ਰਹੀ। ਚਲੋ ਚੱਲੀਏ, ਕਿਸੇ ਹੋਰ ਥਾਂ ਚੱਲੀਏ। ਜਦੋਂ ਗੁਰੂ ਜੀ ਦੂਨ ਛੱਡ ਕੇ ਵਾਪਸ ਅਨੰਦਪੁਰ ਸਾਹਿਬ ਚਲੇ ਜਾਣਗੇ, ਕਹਿੰਦੇ ਜਦੋਂ ਪੌਂਟਾ ਸਾਹਿਬ ਛੱਡ ਕੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਚਲੇ ਜਾਣਗੇ ਤਦ ਅਸੀਂ ਫਿਰ ਇੱਥੇ ਆਪਣਾ ਡੇਰੇ ਵਿੱਚ ਆ ਜਾਵਾਂਗੇ। ਬਾਬਾ ਜੀ ਦੇ ਪਾਸੋਂ ਇਹ ਧੀਰਜ ਬਚਨ ਸੁਣ ਕੇ ਗੁਰੂ ਇਹ ਬਚਨ ਸੁਣ ਕੇ ਗੁਰਦਾਸ ਮਸੰਦ ਨੇ ਕਿਹਾ, ਬਾਬਾ ਜੀ ਤੁਸੀਂ ਫਿਕਰ ਨਾ ਕਰੋ, ਕੋਈ ਡਰ ਨਾ ਕਰੋ। ਮੇਰਾ ਭਾਈ ਤਾਰਾ ਮਸੰਦ ਤੀਰ ਅੰਦਾਜ਼ੀ ਵਿੱਚ ਗੁਰੂ ਗੋਬਿੰਦ ਵਰਗਾ ਹੀ ਯੋਧਾ ਹੈ। ਜਿੰਨਾ ਯੋਧਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਨਾ ਹੀ ਯੋਧਾ ਮੇਰਾ ਭਰਾ ਹੈ। ਤੁਸੀਂ ਘਬਰਾਓ ਨਾ, ਤੁਸੀਂ ਡਰੋ ਨਾ, ਕੋਈ ਗੱਲ ਨਹੀਂ ਹੈ। ਤੁਸੀਂ ਚਿੰਤਾ ਨਾ ਕਰੋ। ਇਸ ਤਰ੍ਹਾਂ ਡੇਰਾ ਛੱਡ ਕੇ ਚਲੇ ਜਾਓਗੇ ਤਾਂ ਜਗਤ ਵਿੱਚ ਤੁਹਾਡੀ ਨਿੰਦਿਆ ਹੋਵੇਗੀ। ਸੰਗਤਾਂ ਵੱਲੋਂ ਧਨ ਬੜਾ ਆਉਂਦਾ, ਸੰਗਤਾਂ ਵੱਲੋਂ ਧਨ ਆਉਣਾ ਬੰਦ ਹੋ ਜਾਏਗਾ ਤੇ ਸਾਰਾ ਸਮਾਜ ਵਿਗੜ ਜਾਏਗਾ। ਇਹ ਭਾਈ ਗੁਰਦਾਸ ਭਾਈ ਬਹਿਲੋਂ ਦੀ ਵੰਸ਼ ਵਿੱਚੋਂ ਸੀ। ਇਹ ਗੁਰਦਾਸ ਭਾਈ ਬਹਿਲੋਂ ਦੀ ਵੰਸ਼ ਵਿੱਚੋਂ ਸੀ ਅਤੇ ਇਹ ਤਦ ਤੋਂ ਬਾਬਾ ਜੀ ਪਾਸ ਰਹਿੰਦਾ ਸੀ। ਜਦੋਂ ਇਸ ਨੇ ਗੁਰੂ ਘਰ ਗੁਰੂ ਹਰ ਰਾਏ ਜੀ ਨੇ ਇਹਨਾਂ ਨਾਲ ਔਰੰਗਜ਼ੇਬ ਪਾਸ ਦਿੱਲੀ ਭੇਜਿਆ ਸੀ।
ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਨੂੰ ਭਾਵੇਂ ਕੁਝ ਧੀਰਜ ਆ ਗਈ, ਪਰ ਫਿਰ ਵੀ ਉਹਨਾਂ ਨੇ ਆਪਣੇ ਪਾਸ ਕੁਝ ਯੋਧੇ ਰੱਖ ਲਏ ਤੇ ਆਪਣੀ ਰਾਖੀ ਦੀ ਰਾਤ ਦਿਨ ਪਕਿਆਈ ਕਰਨੀ ਆਰੰਭ ਕਰ ਦਿੱਤੀ। ਬਾਬਾ ਰਾਮ ਰਾਏ ਜੀ ਨੇ ਡੇਰਾ ਛੱਡ ਕੇ ਕਿਤੇ ਬਾਹਰ ਜਾਣਾ ਵੀ ਛੱਡ ਦਿੱਤਾ। ਗੁਰੂ ਸਾਹਿਬ ਜੀ ਵੱਲੋਂ ਆਉਣ ਦੀ ਖਬਰ ਰੱਖਣ ਵਾਸਤੇ ਰਸਤੇ ਵਿੱਚ ਆਪਣੇ ਆਦਮੀ ਵੀ ਨਿਯਤ ਕਰ ਦਿੱਤੇ। ਪਾਉਂਟਾ ਸਾਹਿਬ ਤੋਂ ਆਉਣ ਜਾਣ ਵਾਲਿਆਂ ਤੋਂ ਵੀ ਪਤਾ ਕਰਦੇ ਰਹਿੰਦੇ ਕਿ ਅੱਜ ਕੱਲ੍ਹ ਗੁਰੂ ਜੀ ਕੀ ਕਹਿੰਦੇ ਹਨ, ਉਹਨਾਂ ਪਾਸ ਕਿੰਨੀ ਕੁ ਸੈਨਾ ਹੈ, ਇਹ ਪੁੱਛਦੇ ਰਹਿੰਦੇ। ਨੰਦ ਚੰਦ ਤੇ ਪ੍ਰੋਹਤ ਦਇਆ ਰਾਮ ਨੂੰ ਰਾਮ ਰਾਏ ਪਾਸ ਭੇਜਣਾ। ਬਾਬਾ ਰਾਮ ਰਾਏ ਜੀ ਦੀ ਇਹ ਅਧੀਰਜ ਦਿਸ਼ਾ ਦਾ ਜਦ ਸਤਿਗੁਰੂ ਜੀ ਨੂੰ ਪਤਾ ਲੱਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਲੱਗਿਆ, ਤਾਂ ਗੁਰਮੁਖ ਪਿਆਰਿਓ ਮਹਾਰਾਜ ਜੀ ਨੇ ਉਹਨਾਂ ਨੂੰ ਸਮਝਾਇਆ। ਪੌਂਡੇ ਤੋਂ ਜਾਣ ਵਾਲਿਆਂ ਤੋਂ ਵੀ ਪਤਾ ਕਰਦੇ ਰਹਿੰਦੇ ਸੀ ਵੀ ਅੱਜ ਕੱਲ੍ਹ ਗੁਰੂ ਜੀ ਕੀ ਕਰਦੇ ਨੇ। ਜਦ ਸਤਿਗੁਰੂ ਜੀ ਨੂੰ ਪਤਾ ਲੱਗਾ ਤਾਂ ਆਪ ਜੀ ਨੇ ਬਾਬਾ ਜੀ ਦਾ ਡਰ ਦੂਰ ਕਰਨ ਵਾਸਤੇ ਆਪਣੇ ਦੋ ਸਲਾਹਕਾਰ ਦੀਵਾਨ ਆਨੰਦ ਚੰਦ ਅਤੇ ਪ੍ਰੋਹਤ ਦਇਆ ਰਾਮ ਨੂੰ ਬਾਬਾ ਜੀ ਪਾਸ ਦੇਹਰਾਦੂਨ ਭੇਜਿਆ। ਦੋਹਾਂ ਨੇ ਬਾਬਾ ਰਾਮ ਰਾਏ ਜੀ ਪਾਸ ਪਹੁੰਚ ਕੇ ਉਹਨਾਂ ਨੂੰ ਆਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਤੁਹਾਡੇ ਪਾਸ ਭੇਜਿਆ ਹੈ, ਇਸ ਕਰਕੇ ਭੇਜਿਆ ਹੈ ਕਿ ਤੁਸੀਂ ਕਿਸੇ ਪ੍ਰਕਾਰ ਦਾ ਮਨ ਵਿੱਚ ਭੈ ਨਾ ਰੱਖੋ, ਡਰ ਨਾ ਰੱਖੋ। ਸਾਡੀ ਇੱਕੋ ਘਰ ਹੈ, ਤੁਹਾਡਾ ਸਾਡਾ ਇੱਕੋ ਘਰ ਹੈ, ਡਰੋ ਨਾ। ਤੁਹਾਡੇ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ। ਅਤੇ ਮਿਲਣ ਵਾਸਤੇ ਆਪਣੀ ਇੱਛਾ ਪ੍ਰਗਟ ਕੀਤੀ ਤੇ ਆਖਿਆ ਕਿ ਉਹ ਸਾਡੇ ਚਾਚਾ ਜੀ ਵੱਡੇ ਨਮਸਕਾਰ ਕਰਨ ਯੋਗ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਕਹਿੰਦੇ ਘਬਰਾਓ ਨਾ, ਉਹ ਸਾਡੇ ਚਾਚਾ ਜੀ ਵੱਡੇ ਥਾਂ ਨਮਸਕਾਰ ਕਰਨ ਯੋਗ ਹਨ, ਅਸੀਂ ਵੀ ਉਹਨਾਂ ਨਾਲ ਵਿਗਾੜਨੀ ਨਹੀਂ ਚਾਹੁੰਦੇ। ਇਸ ਤਰ੍ਹਾਂ ਸਭ ਗੱਲ ਸਮਝ ਕੇ ਰਾਮ ਰਾਏ ਜੀ ਨੇ ਦੋਹਾਂ ਨੂੰ ਸਿਰਪਾਓ ਦੇ ਕੇ ਵਿਦਾ ਕੀਤਾ। ਦੂਸਰੇ ਦਿਨ ਦੋਹਾਂ ਨੇ ਦੀਵਾਨ ਵਿੱਚ ਹਾਜ਼ਰ ਹੋ ਕੇ ਸਾਰੀ ਗੱਲ ਬਾਬਾ ਰਾਮ ਰਾਏ ਜੀ ਨਾਲ ਹੋਈ। ਸਤਿਗੁਰੂ ਜੀ ਨੇ ਦੱਸੀ ਅਤੇ ਕਿਹਾ, ਬਾਬਾ ਜੀ ਆਪ ਜੀ ਨੂੰ ਮਿਲਣਾ ਚਾਹੁੰਦੇ ਹਨ। ਆਪ ਉਹਨਾਂ ਨੂੰ ਕੋਈ ਸਮਾਂ ਨਿਯਤ ਕਰਕੇ ਦੱਸ ਦਿਓ। ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਜੀਆਂ ਨੂੰ ਮਿਲਣਾ ਚਾਹੁੰਦੇ ਨੇ। ਰਾਮ ਰਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਚਾ ਜੀ ਲੱਗਦੇ ਸਨ। ਕਹਿੰਦੇ ਉਹਨਾਂ ਨੂੰ ਕਹਿ ਦਿਓ ਵੀ ਤੁਹਾਨੂੰ ਮਿਲਣਾ ਚਾਹੁੰਦੇ ਨੇ। ਤਾਂ ਗੁਰਮੁਖ ਪਿਆਰਿਓ, ਅੱਗੇ ਬੁੱਧੂ ਸਾਹ ਨੇ ਸਤਿਗੁਰੂ ਜੀ ਪਾਸ ਆਉਣਾ।
ਗੁਰੂ ਜੀ ਦਾ ਜਸ ਸੁਣ ਕੇ ਆਪ ਜੀ ਦੂਰ ਨੇੜੇ ਤੋਂ ਦਰਸ਼ਨ ਪਰਸਨ ਸਿੱਖ ਸੰਗਤਾਂ ਆਉਂਦੀਆਂ ਰਹਿੰਦੀਆਂ ਸਨ। ਪਾਉਂਟਾ ਸਾਹਿਬ ਤੋਂ ਦੂਰ 16-17 ਮੀਲ ਦੂਰ ਪਿੰਡ ਸੰਢੌਰੇ ਦਾ ਇੱਕ ਪੀਰ ਬੁੱਧੂ ਸਾਹ ਰਹਿੰਦਾ ਸੀ। ਇਹ ਪੀਰ ਬੜਾ ਮੰਨਿਆ ਪ੍ਰਮੰਨਿਆ ਸੀ, ਜਿਹਨੂੰ ਲੱਖਾਂ ਲੋਕੀ ਪੂਜਦੇ ਸਨ। ਇਹ ਉਹ ਪੀਰ ਸੀ, ਮੁਸਲਮਾਨ ਪੀਰ, ਜਿਨ੍ਹਾਂ ਨੂੰ ਲੱਖਾਂ ਲੋਕੀ ਪੂਜਦੇ ਸਨ, ਮੰਨਦੇ ਸੀ। ਬੜਾ ਸ਼ਕਤੀਆਂ ਵਾਲਾ, ਤਾਕਤ ਵਾਲਾ ਇਹ ਭੀਖਮ ਸਾਹ। ਜਦ ਉਸਨੇ ਆਪ ਜੀ ਦੀ ਉਪਮਾ ਸੁਣੀ ਤਾਂ ਉਹ ਵੀ ਆਪਣੇ 500 ਚੇਲੇ ਸਹਿਤ ਦਰਸ਼ਨ ਕਰਨ ਆਇਆ। 500 ਚੇਲਾ ਪੀਰ ਬੁੱਧੂ ਸਾਹ ਸੰਢੌਰੇ ਵਾਲਿਆਂ ਦੇ ਨਾਲ ਰਹਿੰਦੇ ਸੀ। 500 ਚੇਲਾ ਗੁਰੂ ਜੀ ਦੇ ਦਰਸ਼ਨ ਪਰਸਨ ਕਰਨ ਵਾਸਤੇ ਬੁੱਧੂ ਸਾਹ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਤੁਹਾਡਾ ਦਰਸ਼ਨ ਕਰਕੇ ਮਨ ਤੁਹਾਨੂੰ ਦੇ ਦਿੱਤਾ, ਹੁਣ ਮੈਂ ਕਿਤੇ ਜਾਣ ਜੋਗਾ ਨਹੀਂ ਰਿਹਾ। ਮਹਾਰਾਜ ਜੀ ਕਹਿੰਦੇ ਸਿੱਖ ਦੇ ਕਾਰਜ ਉਦੋਂ ਰਾਸ ਹੁੰਦੇ ਨੇ, ਉਦੋਂ ਕਿਰਪਾ ਹੁੰਦੀ ਹੈ, ਉਦੋਂ ਮਿਹਰ ਹੁੰਦੀ ਆ। ਕਦੋਂ? ਜਦੋਂ ਸਿੱਖ ਆਪਣਾ ਗੁਰੂ ਨੂੰ ਸੌਂਪ ਦਿੰਦਾ ਹੈ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਤਾਂ ਗੁਰਮੁਖ ਪਿਆਰਿਓ, ਉਦੋਂ ਫਿਰ ਰਹਿਮਤ ਆਉਂਦੀ ਜਦੋਂ ਗੁਰੂ ਦਾ ਹੁਕਮ ਮੰਨਦੇ ਆ। ਕਹਿਣ ਲੱਗੇ ਤੁਹਾਡਾ ਦਰਸ਼ਨ ਕਰਕੇ ਮੈਨੂੰ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਸਤਿਗੁਰੂ ਜੀ ਪੀਰ ਬੁੱਧੂ ਸਾਹ ਦੀ ਸਰਦਾ ਪ੍ਰੇਮ ਵਾਲੀ ਗੱਲ ਬੜੇ ਪ੍ਰਸੰਨ ਹੋਏ ਸੁਣ ਕੇ, ਤੇ ਦੀਵਾਨ ਚੰਦ ਨੂੰ ਆਗਿਆ ਕਰਕੇ ਉਹਨਾਂ ਦੇ ਨਿਵਾਸ ਤੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ। ਮਹਾਰਾਜ ਜੀ ਕਹਿੰਦੇ ਗੁਰ ਕਾ ਸਿੱਖ ਆਪਣਾ ਮਨ ਜਿਹੜਾ ਤਨ ਆ ਉਹ ਗੁਰੂ ਨੂੰ ਅਰਪਣ ਕਰਦੇ। ਫਿਰ ਗੁਰਮੁਖ ਪਿਆਰਿਓ ਕਿਰਪਾ ਹੋ ਜਾਂਦੀ ਹੈ। ਆਪਣਾ ਮਨ ਹੀ ਸਤਿਗੁਰੂ ਨੂੰ ਵੇਚ ਦੇਵੇ ਤਾਂ ਹੁਣ ਗੁਰਮੁਖ ਪਿਆਰਿਓ ਸਾਰਾ ਪ੍ਰਬੰਧ ਕਰ ਦਿੱਤਾ ਰਹਿਣ ਬਹਿਣ ਦਾ। ਸਤਿਗੁਰੂ ਜੀ ਦਾ ਯੁੱਧ ਅਭਿਆਸ। ਸਵੇਰੇ ਗੁਰੂ ਜੀ ਕਹਿੰਦੇ ਕਦੇ ਹਾਥੀ ਉੱਤੇ ਕਦੇ ਘੋੜਿਆਂ ਉੱਤੇ ਸਵਾਰ ਹੋ ਕੇ ਜ਼ਰੂਰੇ ਬਾਜ ਆਦਿਕ ਸਮਾਨ ਨਾਲ ਲੈ ਕੇ ਸ਼ਿਕਾਰ ਖੇਡਣ ਵਾਸਤੇ ਜਾਂਦੇ। ਜਿੱਧਰ ਸ਼ੇਰ ਦਾ ਪਤਾ ਲੱਗੇ ਸਤਿਗੁਰੂ ਜੀ ਉਧਰ ਸ਼ਿਕਾਰ ਕਰਨ ਵਾਸਤੇ ਚਲੇ ਜਾਂਦੇ। ਸ਼ੇਰ ਦਾ ਜੇ ਹੁਣ ਆਪਾਂ ਨੂੰ ਪਤਾ ਲੱਗ ਜੇ ਵੀ ਪਿੰਡ 'ਚ ਸ਼ੇਰ ਆ ਕੇ ਕੀ ਕਰੋਗੇ, ਮੈਨੂੰ ਤਾਂ ਨਹੀਂ ਲੱਗਦਾ ਵੀ ਸਾਰੀ ਦਿਹਾੜੀ ਬਾਹਰ ਨਿਕਲ ਜਾਓਗੇ, ਅੰਦਰ ਹੀ ਰਹੋਗੇ। ਵੀ ਕਿਤੇ ਜੇ ਕਹਿਣਗੇ ਰੋਟੀ ਰੋਟੀ ਲਾ ਲਓ, ਉਹ ਕਹਿਣਗੇ ਰੋਟੀ ਛੱਡੋ ਅੱਜ ਖਾਂਦੀ ਨਹੀਂ। ਇਹ ਜਿਹੀ ਰੋਟੀ ਖਾਵਾਂਗੇ ਜੇ ਸ਼ੇਰ ਖਾ ਗਿਆ, ਮੁੜ ਕੇ ਰੋਟੀਆਂ ਖਾਣ ਜੋਗ ਨਹੀਂ ਰਹਿਣਾ ਜੇ ਪਤਾ ਲੱਗ ਜੇ ਸ਼ੇਰ ਆ ਗਿਆ। ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸ਼ੇਰ ਸ਼ੇਰਨੀਆਂ ਬਣਾਇਆ ਕਿ ਮੇਰੇ ਸਿੱਖ ਨੂੰ ਆ ਦੁਨਿਆਵੀ ਸ਼ੇਰਾਂ ਤੋਂ ਡਰੇ ਨਾ ਲੱਗੇ, ਪਰਵਾਹ ਨਹੀਂ ਕਰਦੇ। ਹੁਣ ਉਹ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਂਦੇ ਨੇ
जिस जगह के उत्ते शेर हुंदा सी उधर चले जाते अते उस शिकार करते अनेक प्रकार के हिरन झोट आदਿਕ संघने जंगलों विचों लभ के उन्हां दा शिकार भी करते। एक या दो पहर इस तरह जदों शिकार करते ते रणजीत नगारा वजाउंदे तां दूर दूर तक खबरां हो जांदियां। दोपहर नूं वापस आण के सतगुरु जी भोजन छक के आराम करते, दिन ढले उठ के इशनान पानी करके फिर दीवान सजाउंदे ते दर्शन भलाखी दर्शन करन वाले सिख संगतां नूं दर्शन दे के उन्हां दी मनोकामना पूरियां करते। अज भी पूरियां करते ने गुरु ग्रंथ साहिब महाराज जी। उही जोत उही शक्ति है, उही पावरां अज उही गुरु ग्रंथ साहिब महाराज जी दे विच सतगुरु कलगीधर पातशाह गुरु गोबिंद सिंह महाराज जी ने बख्शिश कीतियां। तां गुरमुख प्यारे सतगुरु जी किते गए नहीं। सतगुरु जी प्रतੱਖ साडे विच हाजर नजर ने। रब ते तो वख नहीं पर तेरे देखने वाली अख नहीं। तेरा भी कसूर नहीं जिन्ना अखियां नाल वेखना उन्हां विच नूर नहीं है। वो अखी होर ने जिन्हां नाल प्यारा दिसदा। तां गुरमुख प्यारिओ सिख संगतां गुरु गोबिंद सिंह महाराज जी दे दर्शन करके मन दियां मनोकामनावां पूरियां करते। राजा फतेह शाह ने नाहन नाल सुलह करनी। जिहड़ा राजा फतेह शाह दा बिगाड़ पिया होया सी ना, जिस दिन तो गुरु गोबिंद सिंह महाराज जी ने दोनों के विचाले आके डेरा किया, उस दिन तो राजा फतेह शाह भी पै पीत हो गया सी। हुण सतगुरु जी दे दिन प्रति वध रहे प्रताप की खबर जदों राजा फतेह शाह गढ़वाल श्रीनगर नूं भी पहुँच गई कि अपने इलाके दे विच ऐसा जोधा, ऐसा महाबली प्रतापी, रिद्धियां सिद्धियां दा मालक ते बड़ा तकड़ा सूरमा ते बड़े ਸਿੰਘਾਂ नाल चढ़दी कला वाले अपने इलाके दे विच पहुंचे हैं। तां गुरमुख प्यारिओ जदों उसने सुनिया कि सतगुरु जी वीरता ते करामातां दे मालक ने, भी बड़े सूरमे ने ते बड़ा करामाती ने, बड़ियां शक्तियां ने, तां वो भी बहुत भेटा लैके अपने शाही ठाठ नाल गुरु जी दे दर्शनां नूं आया। आखो सतनाम। सतगुरु जी लई कुछ वस्त्र, घोड़े, शास्त्र अते नगद भेटा लैके सतगुरु जी दे दर्शन करन वास्ते आया। जिहड़े सिख उदों गुरु दे दर्शन करन वास्ते आउंदे सी ना, कोई घोड़ा लिया सी। जे अज घोड़ा लेना पवे किन्ने पैसे लग जाएंगे। जे अज गुरु गोबिंद सिंह महाराज जी आ जाना, महाराज जी तुहानूं लभदे फिरनगे, तुसीं लुकदे फिरोगे। आखो सतनाम। क्यों भी किते गुरु गोबिंद सिंह महाराज जी कुछ मंगना लैन भी कमरे जी ठीक आ, बाहर लकड़ांगे मंगणगे, कोई कह ना देना कुछ। तां गुरमुख प्यारे उस समय सिख सरदा दे नाल, भावना दे नाल कोई घोड़ा भेटा करदा, कोई हाथी भेटा करदा, कोई शास्त्र भेटा करदा, कोई कीमती जेवर भेटा करदा, कोई अपना आप भी भेटा करदा। आखो सतनाम।
ਜ਼ਮੀਨਾਂ ਵੀ ਭੇਟਾ ਕਰਦੇ। ਤਾਂ ਗੁਰਮੁਖ ਪਿਆਰੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਫਤਿਹ ਸ਼ਾਹ ਨੇ ਦੀਵਾਨ ਵਿੱਚ ਹਾਜ਼ਰ ਹੋ ਕੇ ਦਰਸ਼ਨ ਕਰਕੇ ਭੇਟਾ ਅਰਪਣ ਕੀਤੀਆਂ ਅਤੇ ਨਮਸਕਾਰ ਕਰਕੇ ਆਪਣੀ ਨਿਯਤ ਜਗ੍ਹਾ ਤੇ ਬੈਠ ਗਿਆ। ਗੁਰੂ ਜੀ ਵੀ ਰਸ ਦੇ ਪ੍ਰਤਾਪ ਨੂੰ ਵੇਖ ਕੇ ਫਤਿਹ ਸ਼ਾਹ ਬੜਾ ਅਚਰਜ ਹੋਇਆ ਅਤੇ ਕੁਝ ਆਨੰਦ ਪੁੱਛ ਕੇ ਆਪਣੇ ਡੇਰੇ ਨੂੰ ਚਲਿਆ ਗਿਆ। ਦੂਸਰੇ ਦਿਨ ਜਦੋਂ ਰਾਜੇ ਨੇ ਵਾਪਸ ਜਾਣ ਵਾਸਤੇ ਆਗਿਆ ਮੰਗੀ ਤਾਂ ਗੁਰੂ ਜੀ ਨੇ ਉਸ ਨੂੰ ਕੁਝ ਦਿਨ ਹੋਰ ਅਟਕਣ ਵਾਸਤੇ ਕਿਹਾ। ਕਹਿੰਦੇ ਹਜੇ ਕੁਝ ਹੋਰ ਦਿਨ ਅਟਕ ਜਾ, ਚਲੇ ਜਾਈ। ਜਿਸ ਨੂੰ ਰਾਜੇ ਨੇ ਪ੍ਰਵਾਨ ਕਰ ਲਿਆ, ਕਹਿੰਦਾ ਠੀਕ ਆ ਮਹਾਰਾਜ ਜੀ। ਸਤਿਗੁਰੂ ਜੀ ਵੀ ਚਾਹੁੰਦੇ ਸਨ ਕਿ ਰਾਜਾ ਮੇਦਨੀ ਪ੍ਰਕਾਸ਼ ਤੇ ਰਾਜਾ ਫਤਿਹ ਸ਼ਾਹ ਦੀ ਸੁਲਾਹ ਕਰਾਈ ਜਾਵੇ, ਦੋਨਾਂ ਦੀ ਆਪਸ ਦੇ ਵਿੱਚ ਜੋ ਵਿਗਾੜ ਪਈ ਹੋਈ ਹੈ। ਇਸ ਵਾਸਤੇ ਆਪ ਜੀ ਨੇ ਮਾਮਾ ਕਿਰਪਾਲ ਨੂੰ ਰਾਜਾ ਫਤਿਹ ਸ਼ਾਹ ਪਾਸ ਉਹਦੇ ਡੇਰੇ ਭੇਜਿਆ ਅਤੇ ਆਖਿਆ ਕਿ ਤੁਹਾਨੂੰ ਦੋਹਾਂ ਨੂੰ ਆਪਸ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ। ਬੈਰ ਕਰਨ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ। ਇਸ ਵਾਸਤੇ ਜੇ ਤੁਹਾਡੀ ਸੁਲਾਹ ਕਰਨੀ ਦੀ ਮਰਜ਼ੀ ਹੈ ਤਾਂ ਅਸੀਂ ਰਾਜਾ ਮੇਦਨੀ ਪ੍ਰਕਾਸ਼ ਨੂੰ ਇੱਥੇ ਹੀ ਸੱਦ ਲੈਂਦੇ ਹਾਂ। ਫਤਿਹ ਸ਼ਾਹ ਨੇ ਕਿਹਾ, ਜੇ ਸਤਿਗੁਰੂ ਜੀ ਐਸਾ ਕਰਨੇ ਚਾਹੁੰਦੇ ਹੋ ਤਾਂ ਮੈਨੂੰ ਕੋਈ ਉਤਰਾਜ ਨਹੀਂ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜੇ ਤੁਸੀਂ ਆਪ ਜੀ ਤੁਹਾਡੀ ਇੱਛਾ ਹੈ। ਫਤਿਹ ਸ਼ਾਹ ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਜਦ ਮਾਮਾ ਕਿਰਪਾਲ ਚੰਦ ਜੀ ਨੇ ਰਾਜਾ ਫਤਿਹ ਸ਼ਾਹ ਨਾਲ ਹੋਈ ਗੱਲ ਸਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸੀ ਤਾਂ ਦੂਜੇ ਦਿਨ ਸਤਿਗੁਰੂ ਜੀ ਨੇ ਦੀਵਾਨ ਆਨੰਦ ਚੰਦ ਨੂੰ ਨਾਹਣ ਭੇਜ ਕੇ ਰਾਜਾ ਮੇਦਨੀ ਪ੍ਰਕਾਸ਼ ਨੂੰ ਪਹੁੰਟੇ ਸਾਹਿਬ ਸੱਦ ਲਿਆ। ਆਨੰਦ ਚੰਦ ਨੇ ਨਾਹਣ ਨਰੇਸ਼ ਨੂੰ ਸਤਿਗੁਰੂ ਜੀ ਵੱਲੋਂ ਸਾਰੀ ਗੱਲਬਾਤ ਸਮਝ ਕੇ ਆਪਣੇ ਨਾਲ ਪਹੁੰਟੇ ਸਾਹਿਬ ਲੈ ਆਂਦਾ। ਪਹੁੰਟੇ ਦੇ ਇੱਕ ਪਾਸੇ ਰਾਜਾ ਫਤਿਹ ਸ਼ਾਹ ਦਾ ਡੇਰਾ ਲੱਗਿਆ ਹੋਇਆ ਸੀ, ਦੂਜੇ ਪਾਸੇ ਆਪਣੀ ਹੱਦ ਵਿੱਚ ਰਾਜਾ ਮੇਦਨੀ ਪ੍ਰਕਾਸ਼ ਨੇ ਲਾ ਲਿਆ। ਵਿਚਾਲੇ ਪੌਂਟਾ ਸਾਹਿਬ ਇੱਕ ਪਾਸੇ ਰਾਜੇ ਨੇ ਆਪਣਾ ਡੇਰਾ ਲਾ ਲਿਆ ਤੇ ਦੂਸਰੇ ਪਾਸੇ ਮੇਦਨੀ ਪ੍ਰਕਾਸ਼ ਨੇ ਡੇਰਾ ਲਾ ਲਿਆ। ਇੱਕ ਪਾਸੇ ਫਤਿਹ ਚੰਦ ਦੇ। ਸਤਿਗੁਰੂ ਜੀ ਨੇ ਸਮਝਾਇਆ। ਰਾਜਾ ਨਾਹਣ ਸਤਿਗੁਰੂ ਜੀ ਨੂੰ ਆਣ ਕੇ ਮਿਲਿਆ, ਨਮਸਕਾਰ ਕੀਤੀ। ਸਤਿਗੁਰੂ ਜੀ ਨੇ ਸਮਝਾਇਆ ਕਿ ਅਸੀਂ ਤੁਹਾਡੀ ਦੋਹਾਂ ਦੀ ਸੁਲਾਹ ਕਰਨੀ ਚਾਹੁੰਦੇ ਆ, ਤੁਹਾਡੀ ਦੋਨਾਂ ਦੀ ਸੁਲਾਹ ਕਰਾਉਣੀ ਚਾਹੁੰਦੇ ਆ। ਬੈਰ ਵਿਰੋਧ ਵਿੱਚ ਕੋਈ ਲਾਭ ਨਹੀਂ ਹੁੰਦਾ। ਇਹਦੇ ਉੱਤਰ ਵਿੱਚ ਰਾਜਾ ਨਾਹਣ ਨੇ ਕਿਹਾ, ਮੈਂ ਆਪ ਜੀ ਦੇ ਅਨਸਾਰੀ ਹੋ ਕੇ ਰਹਿਣਾ ਚਾਹੁੰਦਾ। ਕਹਿੰਦਾ ਮਹਾਰਾਜ ਜੋ ਤੁਸੀਂ ਹੁਕਮ ਕਰੋਗੇ, ਆਪ ਜੀ ਦੇ ਹੁਕਮ ਅਨੁਸਾਰ ਮੈਂ ਰਹਿਣਾ ਚਾਹੁੰਦਾ ਹਾਂ, ਜਿਵੇਂ ਆਗਿਆ ਕਰੋ ਮੈਨੂੰ ਪ੍ਰਵਾਨ ਹੈ। ਇਸ ਉਪਰੰਤ ਦੂਜੇ ਦਿਨ ਸਤਿਗੁਰੂ ਜੀ ਨੇ ਦੋਹਾਂ ਰਾਜਿਆਂ ਨੂੰ ਆਪਣੇ ਦਰਬਾਰ ਦੇ ਵਿੱਚ ਸੱਦ ਕੇ ਕਿਹਾ ਕਿ ਆਪਸ ਵਿੱਚ ਪਿਛਲਾ ਬੈਰ ਵਿਰੋਧ ਛੱਡ ਦਿਓ, ਕੋਈ ਗੱਲ ਯਾਦ ਨਾ ਰੱਖੋ ਅਤੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੋ। ਦੋਹਾਂ ਨੇ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਇੱਕ ਦੂਜੇ ਨੂੰ ਜੱਫੀਆਂ ਪਾਈਆਂ ਤੇ ਖੁਸ਼ੀ ਨਾਲ ਬੈਠ ਗਏ। ਉਪਰੰਤ ਦੋਹਾਂ ਰਾਜਿਆਂ ਨੇ ਸਤਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਆਪਸ ਵਿੱਚ ਪ੍ਰੇਮ ਦੀਆਂ ਗੱਲਾਂ
करके आनंद प्राप्त हुंदे होए आपो अपने डेरिਆਂ ਨੂੰ चले गए। सतगुरु जी दा राजिਆਂ नाल सत्कार खिडना। जद एक पहर दिन रह गया तो सतगुरु जी ने दोहां राजिਆਂ ਨੂੰ नाल लैके जंगल विच शिकार खेडण वास्ते चले गए। हुण राजे दोने डरदे ने भी शेर ना किते खा जे, जे जंगल च शेर फिरदे आ किते शेर ना खा जे। दोने राजे आपस गल्लां करदे ने कि सतगुरु तां करामातां दे धनी ने, ये बेपरवाह ने, नहीं डरदे। जे आपां नूं शेर ने खा लिया अपना की बनूगा, आखो सतनाम। दोने डरदे ने। जंगल विच शिकार खेडण गए अते बहुत सारे हिरन ते पंछी, अनेक तरह के शेर बघियाड़ चित्ते। तां गुरमुख प्यारिओ जदों सतगुरु जी वापस आ रहे सन तां पहाड़ियों ने आन के खबर दी कि प्रभु जी एक बड़ा शेर जिसने अनेका पशु मार के खपा दिते, अनेका ही पशु बंदियां नूं मार के खपा दिते हन। ओ हुण फिर इधर ओ हुण फिर किधरों आ गया है। सतगुरु जी ने उसनूं कहा कि हुण संध्या दा हनेरा हो गया है, भलके सवेरे आन के सानू ओ टिकाणा दसना। कहन लगे जिथे शेर आ जिहड़ा इहो जिहा दस रहे तुसीं, ओ हुण कहंदे हनेरा हो गया, सवेरे दसना, फिर देखांगे भी शेर की करदा। राजे कहंदे महाराज जी बड़ा खतरनाक है। महाराज जी कहंदे कोई नहीं, इहो जिहा नत्थ पाउणी जाणदे, खतरनाक है। कहंदे जिथे तू शेर वेख्या है, दोहा राजिਆਂ ने भी सतगुरु जी दे इस वचन नूं मन लिया। दूसरे दिन सतगुरु जी ने रणजीत नगारा बजा के शेर का शिकार करने वास्ते चढ़ाई कर दी। अज भी उस शेर दियां पछड़ियां, उहदा सिर, उहदे दंद, नाहन गुरुद्वारा बनया जिथे शिकार खेडिया सी शेर का, उस जगह के उत्ते अज भी मौजूद पईयां ने। आखो सतनाम। अज भी वो शेर दियां हड्डियां पछड़ियां निशानी तौर ते शीशे दे विच जड़ियां हुई ने, अज भी पईयां ने, वो दर्शन कर सकते हो। हुण रणजीत नगारा बजा के शेर का शिकार करने वास्ते चढ़ाई कर दी। दोवें राजे भी अपने योद्धियां नूं नाल लैके तैयार हो गए। सतगुरु जी ने सारे शास्त्र सजाए अते घोड़े की सवारी करके राजिਆਂ दे नाल नाल उस पहाड़िए दे पिछे लग के एक संघने जंगल विच चले गए। फौजां नूं दूर दूर घेरा पा के खड़े कर दिता। महाराज जी कहते दूर दूर खड़ जाओ, घेरा पा लो आले दुआले, शेर अज सुक्का नहीं जान देना। शेर की भाल करने वास्ते करन लगे। चार सपेरे जंगल नूं घेरा पा लिया सिंघां ने, फौजां ने। इस भाल समय जंगल विच फिरदियां ने कईयां ने जंगल विच भाल करते समय फिरदियां ने कई पहाड़िए ते सूर मारे बड़े बड़े बिरसां दे झुंड विच शेर नूं लभदियां फिरदियां शेर दा खुरा खोज भी नहीं मिलिया, पता ही नहीं लग्या हैगा। सतगुरु जी दे नाल दोवें राजे बहुत सारे सूरमे भी खोज दे पिछे जाके एक था
ਦੂਰ ਸ਼ੇਰ ਸੁੱਤਾ ਹੋਇਆ ਸੀ। ਸਤਿਗੁਰੂ ਜੀ ਦੀ ਇਹ ਨਜ਼ਰ ਪੈ ਗਿਆ, ਇਹ ਜਿਹੜਾ ਸ਼ੇਰ ਸੀ ਸੁੱਤਾ ਪਿਆ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਜ਼ਰ ਪੈ ਗਿਆ। ਸ਼ੇਰ ਨੇ ਜਦ ਘੋੜਿਆਂ ਦੀਆਂ ਸੂਮਾਂ ਦੀਆਂ ਆਵਾਜ਼ਾਂ ਸੁਣੀਆਂ, ਤੁਸੀਂ ਕਹੋਗੇ ਜੀ ਘੋੜਿਆਂ ਦੀ ਸੂਮਾਂ ਇਹ ਕੀ ਹੁੰਦੀਆਂ ਨੇ? ਇਹ ਜਿਹੜੇ ਘੋੜਿਆਂ ਦੇ ਪੈਰ ਹੁੰਦੇ ਨੇ ਉਹਨਾਂ ਦੇ ਥੱਲੇ ਲੱਗੀ ਹੁੰਦੇ ਨੇ ਘੋੜਿਆਂ ਦੇ, ਕਿਉਂਕਿ ਸਾਨੂੰ ਤਾਂ ਪਤਾ, ਅਸੀਂ ਤਪੋਵਨ ਟੱਕੀ ਸਾਹਿਬ ਘੋੜਿਆਂ ਦੀ ਸਵਾਰੀ ਕਰਦੇ ਰਹੇ, ਘੋੜੇ ਚਲਾਉਂਦੇ ਰਹੇ, ਬੜੇ ਘੋੜੇ ਭਜਾਏ ਨੇ, ਬੜੀਆਂ ਬੜੀਆਂ ਸਾਲਾਂ ਘੋੜਿਆਂ ਦੀ ਮਰਾਉਂਦੇ ਰਹੇ। ਤਾਂ ਗੁਰਮੁਖ ਪਿਆਰਿਓ, ਉਹ ਸੂਮਾਂ ਲੋਹੇ ਦੀਆਂ ਹੁੰਦੀਆਂ ਨੇ, ਬਣਾਈ ਹੋਈ ਗੋਲ ਜੀ, ਘੋੜੇ ਦੇ ਪੌੜ ਥੱਲੇ ਮੇਖਾਂ ਦੇ ਨਾਲ ਫਿੱਟ ਕੀਤੀ ਜਾਂਦੀ ਆ। ਸੂਮਾਂ ਦੀ ਆਵਾਜ਼ ਸੁਣੀ ਤਾਂ ਉੱਠ ਕੇ ਬੈਠ ਗਿਆ ਸ਼ੇਰ। ਬੜਾ ਭਿਆਨਕ ਸੀ, ਜਿਸ ਨੂੰ ਵੇਖਣ ਨਾਲ ਡਰ ਲੱਗਦਾ ਸੀ, ਪਰ ਸਾਰੇ ਤਮਾਸ਼ਾ ਵੇਖਣਾ ਚਾਹੁੰਦੇ ਸਨ ਕਿ ਸਤਿਗੁਰੂ ਜੀ ਇਸ ਨੂੰ ਕਿਸ ਤਰ੍ਹਾਂ ਮਾਰਦੇ ਨੇ, ਇਸ ਨੂੰ ਕਿਸ ਤਰ੍ਹਾਂ ਮਾਰਦੇ ਨੇ, ਇਹ ਦੇਖਣਾ ਨੂੰ ਸਾਰੇ ਉਤਾਵਲੇ ਸੀ। ਮਹਾਰਾਜ ਜੀ ਜੀਵਨ ਕਥਾ ਬਚਿੱਤਰ ਨਾਟਕ ਦੇ ਵਿੱਚ ਲਿਖਦੇ ਨੇ, ਮਹਾਰਾਜ ਜੀ ਕਹਿੰਦੇ, ਤੈ ਕੈ ਸਿੰਘ ਕਨੇ ਚੁੰਨ ਮਾਰੇ, ਝੋਟ ਰੀਸ ਬਹੁ ਪਾਂਤ ਬਿਦਾਰੇ। ਮਹਾਰਾਜ ਜੀ ਕਹਿੰਦੇ ਇਹ ਜੇ ਸਿਰ ਬੜੇ ਚੁਣ ਚੁਣ ਕੇ ਮਾਰੇ ਨੇ, ਹੋਰ ਬੜੇ ਭਾਂਤ ਭਾਂਤ ਦੇ ਸ਼ਿਕਾਰ ਖੇਡੇ ਨੇ। ਮਹਾਰਾਜ ਜੀ ਸ਼ਿਕਾਰ ਕਿਹਦਾ ਖੇਡਦੇ ਸੀ? ਐ ਨਹੀਂ ਵੀ ਜਾਨਵਰ ਮਾਰਦੇ ਫਿਰਦੇ ਨੇ, ਇਹ ਨਹੀਂ ਵੀ ਸਤਿਗੁਰੂ ਜੀ ਉਹੀ ਜਾਨਵਰ ਮਾਰਦੇ ਫਿਰਦੇ ਨੇ, ਵੀ ਪਾਪ ਕਰਦੇ ਫਿਰਦੇ ਨੇ। ਉਹ ਜੰਗਲ ਦੇ ਵਿੱਚ ਜਾਂਦੇ ਸੀ, ਉਹਨਾਂ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ ਜਿਹੜਿਆਂ ਦੀ ਮੁਕਤੀ ਕਰਨੀ ਹੁੰਦੀ ਸੀ। ਆਖੋ ਸਤਿਨਾਮ। ਉਹਨਾਂ ਦਾ ਸ਼ਿਕਾਰ ਕਰਦੇ ਸੀ। ਜਿਵੇਂ ਮੁੱਲਾ ਖੱਤਰੀ ਸਹਿ ਦੀ ਜੂਨ ਦੇ ਵਿੱਚ ਪਿਆ ਸੀ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਇਹਨੂੰ ਲੁਕਣ ਦੀ ਆਦਤ ਪੈ ਗਈ ਤੇ ਲੁਕੇ ਰਹਿਣ ਦਿਓ। ਜਦੋਂ ਗਹਾਰੇ ਵਿੱਚ ਲੁਕਿਆ, ਸੱਪ ਨੇ ਡੰਗ ਮਾਰਿਆ, ਮਰ ਗਿਆ। ਹੁਣ ਘਰ ਵਾਲੀ ਰੋਂਦੀ ਹੈ, ਚੀਕਾਂ ਮਾਰਦੀ ਆ। ਪਤਾ ਲੱਗਿਆ, ਸਿਆਣੇ ਬੰਦੇ ਕਹਿਣ ਲੱਗੇ, ਉਹ ਜਿਹਦਾ ਚੇਲਾ ਸੀ ਇਹ, ਉਹ ਆਪਣੇ ਇਲਾਕੇ 'ਚ ਆਏ ਹੋਇਆ ਫਲਾਣੀ ਥਾਂ ਦੇ ਉੱਤੇ, ਤੇ ਉਹਨਾਂ ਕੋਲ ਲੈ ਜਾਓ ਚੱਕ ਕੇ, ਕੋਈ ਰੇਖ ਸਮੇਖ ਮਾਰ ਦੇਣਗੇ, ਕੀ ਪਤਾ ਕੋਈ ਜਿਉਂਦੇ ਕਰ ਦੇਣਾ। ਸਾਰੇ ਮੰਜੇ ਦੇ ਉੱਤੇ ਪਾ ਕੇ ਸਤਿਗੁਰੂ ਜੀ ਦੇ ਕੋਲ ਮੂਲੇ ਨੂੰ ਲੈ ਗਏ। ਮਹਾਰਾਜ ਜੀ ਇਹ ਤੁਹਾਡਾ ਸੇਵਕ ਸੀ, ਕਿਰਪਾ ਕਰੋ, ਇਹਨੂੰ ਬਖਸ਼ੋ, ਮਿਹਰ ਕਰੋ। ਮਹਾਰਾਜ ਜੀ ਕਹਿੰਦੇ ਜੇ ਸਾਡਾ ਸੀ ਤਾਈਓ ਬੁਲਾਉਂਦੇ ਸੀ, ਜੇ ਸਾਡਾ ਸੀ ਤਾਈਓ ਅਸੀਂ ਇਹਨੂੰ ਬੁਲਾਉਂਦੇ ਸੀ। ਕਹਿੰਦੇ ਇਹਨੂੰ ਜਿਉਂਦਾ ਕਰ ਦਿਓ। ਮਹਾਰਾਜ ਜੀ ਕਹਿੰਦੇ ਨਹੀਂ, ਹੁਣ ਸਮਾਂ ਬੀਤ ਗਿਆ, ਇਹਨੂੰ ਬਖਸ਼ਾਂਗੇ। ਕਹਿੰਦੇ ਮਹਾਰਾਜ ਜੀ ਕਦੋਂ? ਕਹਿੰਦੇ ਅਸੀਂ 10ਵੇਂ ਜਾਮੇ ਦੇ ਵਿੱਚ ਆਵਾਂਗੇ, 10ਵਾਂ ਜਾਮਾ ਧਾਰਾਂਗੇ, 10ਵੇਂ ਜਾਮੇ ਦੇ ਵਿੱਚ ਆ ਕੇ ਇਹਨੂੰ ਫੇਰ ਬਖਸ਼ਾਂਗੇ। ਇਹਨੂੰ ਲੁਕਦਾ ਹੀ ਰਹਿਣ ਦਿਓ, ਇਹਨੂੰ ਲੁਕਣ ਦੀ ਆਦਤ ਪੈ ਗਈ। ਮੁੱਲਾ ਮਰ ਕੇ ਸਾਹੇ ਦੀ ਜੂਨ ਦੇ ਵਿੱਚ ਪੈ ਗਿਆ। ਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦਾ ਉਧਾਰ ਕੀਤਾ। ਭੱਜ ਲਿਆ ਇੱਕ ਦਿਨ ਘੋੜੇ ਦੇ ਮੂਹਰੇ ਨਿਕਲ ਕੇ, ਰਾਜਾ ਨਾਲ ਸੀ ਤੇ ਸਤਿਗੁਰੂ ਮਹਾਰਾਜ ਜੀ ਘੋੜੇ ਦੇ ਨਾਲ, ਸਿੰਘ ਮੂਹਰੇ ਝਾੜੀ ਚੋਂ ਨਿੱਕੇ ਘੋੜੇ ਦੇ ਮੂਹਰੇ ਭੱਜ ਲਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੱਥੇ ਦੇ ਉੱਤੇ ਤੀਰ ਚੜਾਇਆ ਤੇ ਤੀਰ ਖਿੱਚ ਕੇ ਜਦੋਂ ਸਾਹੇ ਦੇ ਮਾਰਿਆ ਤੇ ਗੁਰਮੁਖ ਪਿਆਰੇ ਢੂਹੀ ਦੇ ਵਿੱਚ ਜਾ ਕੇ ਵੱਜਿਆ ਤੇ ਉਸੇ ਜਗ੍ਹਾ ਦੇ ਉੱਤੇ ਧਰਤੀ ਤੇ ਸਾਹੇ ਦੇ ਪ੍ਰਾਣ ਪੰਖੇਰੂ ਹੋ ਗਏ। ਜਿਹੜੀ ਫਿਰ ਉਹਦੀ ਰੂਹ ਸੀ, ਉਹ ਰੂਹ ਨੇ ਪ੍ਰਗਟ ਹੋ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਖਿਆ, ਧੰਨਵਾਦ ਕੀਤਾ। ਤੇ ਗੁਰਮੁਖ ਪਿਆਰੇ ਫਿਰ ਜਿਹੜੀ ਆਤਮਾ ਸੀ ਉਹ ਸੱਚਖੰਡ ਨੂੰ ਚਲੇ ਗਈ। ਆਖੋ ਸਤਿਨਾਮ। ਸੱਚਖੰਡ ਨੂੰ ਚਲੇ ਗਏ। ਇਸ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਉਧਾਰ ਕਰਨਾ ਹੁੰਦਾ ਸੀ। ਤਾਂ ਮਹਾਰਾਜ ਜੀ ਕਹਿੰਦੇ, ਤਹਿ ਕੇ ਸਿੰਘ ਕਨੇ ਚੁਨ ਮਾਰੇ, ਝੋਟ ਰੀਤ
ਬਹੁਤ ਭਾਂਤ ਵਦਾਰੇ। ਮਹਾਰਾਜ ਜੀ ਕਹਿੰਦੇ ਬੜੇ ਕਹਿੰਦੇ ਇਹੋ ਜਿਹੇ ਜੰਗਲ, ਘਣੇ ਜੰਗਲ ਦੇ ਵਿੱਚ ਝੋਟੇ, ਰਿੱਛ ਬੜੇ ਭਾਂਤ ਭਾਂਤ ਦੇ ਕਹਿੰਦੇ ਮਾਰੇ ਨੇ। ਇਹ ਬਚਿੱਤਰ ਨਾਟਕ ਦੇ ਵਿੱਚ ਲਿਖਿਆ। ਅੱਗੇ ਕਹਿੰਦੇ ਸ਼ੇਰ ਭਬਕਦਾ ਵੇਖ ਕੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਉੱਚੀ ਆਖਿਆ। ਜਦੋਂ ਸ਼ੇਰ ਭਬਕਾਰਦਾ ਵੇਖਿਆ, ਭਾਵ ਕਿ ਗਰਜਦਾ ਵੇਖਿਆ, ਤਾਂ ਸਤਿਗੁਰੂ ਜੀ ਨੇ ਸਾਰਿਆਂ ਨੂੰ ਉੱਚੀ ਆਵਾਜ਼ 'ਚ ਆਖਿਆ ਕਿ ਸੁਣੋ ਕਿ ਇਸ ਉੱਤੇ ਕੋਈ ਵੀ ਵਾਰ ਨਾ ਕਰੇ, ਇਹਨੂੰ ਕੋਈ ਵੀ ਇਹਦੇ ਉੱਪਰ ਹਮਲਾ ਨਾ ਕਰੇ, ਵਾਰ ਨਾ ਕਰੇ। ਸਭ ਨੇ ਆਪੋ ਆਪਣੇ ਟਿਕਾਣਿਆਂ ਤੇ ਖੜੇ ਰਹੋ। ਮਹਾਰਾਜ ਜੀ ਕਹਿੰਦੇ ਆਪੋ ਆਪਣੇ ਟਿਕਾਣਿਆਂ ਤੇ ਖੜੇ ਰਹੋ। ਇਸ ਉਪਰੰਤ ਦੋਹਾਂ ਰਾਜਿਆਂ ਨੇ ਉਹਨਾਂ ਦੇ ਯੋਧਿਆਂ ਨੂੰ ਸਤਿਗੁਰੂ ਜੀ ਨੇ ਕਿਹਾ, ਤੁਹਾਡੇ ਵਿੱਚੋਂ ਕਿਹੜਾ ਸੂਰਮਾ ਢਾਲ ਤੇ ਤਲਵਾਰ ਨਾਲ ਅੱਗੇ ਹੋ ਕੇ ਸ਼ੇਰ ਨੂੰ ਮਾਰ ਲਵੇਗਾ? ਹੈ ਕੋਈ ਐਸਾ ਸੂਰਮਾ ਜਿਹੜਾ ਢਾਲ ਤੇ ਕਿਰਪਾਨ ਨਾਲ ਇਸ ਸ਼ੇਰ ਨੂੰ ਮਾਰ ਲਵੇਗਾ? ਮਹਾਰਾਜ ਜੀ ਕਹਿੰਦੇ ਅਸੀਂ ਉਸ ਨੂੰ ਮੂੰਹ ਮੰਗਿਆ ਧਨ ਦੇਵਾਂਗੇ, ਮਾਇਆ ਦੇ ਦਿਆਂਗੇ। ਕਹਿੰਦੇ ਮੂੰਹ ਮੰਗਵਾ ਜਿੰਨਾ ਮੰਗੂਗਾ, ਜਿਹੜਾ ਇਸ ਸ਼ੇਰ ਨੂੰ ਮਾਰ ਲਵੇਗਾ। ਫਤਿਹ ਸਾਹ ਨੇ ਕਿਹਾ, ਗੁਰੂ ਜੀ ਇਹ ਸ਼ੇਰ ਬੜਾ ਬਲਵਾਨ ਹੈ, ਇਹਦੇ ਵਾਰ ਝੱਲਣ ਵਾਲਾ ਕੋਈ ਸੂਰਮਾ ਨਹੀਂ ਹੈ, ਇਹਦਾ ਵਾਰ ਨਹੀਂ ਕੋਈ ਝੱਲ ਸਕਦਾ, ਬੜਾ ਤਕੜਾ ਸ਼ੇਰ ਆ। ਇਹ ਸ਼ੇਰ ਤਾਂ ਬੜੇ ਸਮੇਂ ਤੋਂ ਇੱਧਰ ਉੱਧਰ ਜੰਗਲ ਵਿੱਚ ਫਿਰਦਾ ਰਿਹਾ, ਇਹਦੇ ਅੱਗੇ ਖੜੇ ਹੋ ਕੇ ਲੜਨ ਦਾ ਕਿਸੇ ਦਾ ਵੀ ਜ਼ਿਕਰ ਨਹੀਂ ਹੈ, ਕਿ ਇਹਦਾ ਹੌਸਲਾ ਨਹੀਂ ਪੈਂਦਾ। ਰਾਜੇ ਨੇ ਕਿਹਾ ਕਿ ਤੁਹਾਡੇ ਵਰਗੇ ਜਵਾਨ ਤੇ ਬਲਵਾਨ ਕੋਈ ਹੋਰ ਨਹੀਂ ਹੈ, ਜੇ ਇਸ ਨਾਲ ਤੁਸੀਂ ਮੁਕਾਬਲਾ ਨਹੀਂ ਕਰਨਾ ਚਾਹੁੰਦੇ ਤਾਂ ਫਿਰ ਜਵਾਨਾਂ ਨੂੰ ਹੁਕਮ ਕਰ ਦਿਓ, ਇੱਕ ਵਾਰ ਹੀ ਸਾਰੇ ਤੀਰਾਂ ਤੇ ਬੰਦੂਕਾਂ ਵਰਖਾ ਕਰ ਦਿੰਦੇ ਆ। ਕਹਿੰਦੇ ਸਾਰੀ ਜਿੰਨੇ ਵੀ ਜਵਾਨ ਨੇ ਸਾਰਿਆਂ ਨੂੰ ਕਹਿ ਦਿਓ ਇੱਕ ਵਾਰੀ 'ਚ ਸੜ ਦਿੰਦੇ ਸਾਰੇ ਤੀਰ, ਗੋਲੀਆਂ, ਤੋਪਾਂ। ਰਾਜੇ ਕਹਿੰਦੇ ਹੁਕਮ ਕਰੋ, ਇੱਕ ਵਾਰੀ ਸਾਰੇ ਤੀਰਾਂ ਤੇ ਬੰਦੂਕਾਂ ਦੀ ਵਰਖਾ ਕਰ ਦਿੰਦੇ ਹਨ। ਜੇ ਮਰ ਗਿਆ ਤਾਂ ਚੰਗਾ ਹੋਵੇਗਾ, ਨਹੀਂ ਤਾਂ ਕਿਸੇ ਜਵਾਨ ਉੱਪਰ ਪੈ ਜਾਵੇਗਾ, ਇਹ ਕਿਸੇ ਨੂੰ ਖਾ ਜਾਏਗਾ। ਜਦ ਕੋਈ ਵੀ ਯੋਧਾ ਸ਼ੇਰ ਨਾਲ ਲੜਨ ਵਾਸਤੇ ਨਾ ਨਿਤਰਿਆ, ਨਾ ਅੱਗੇ ਆਇਆ, ਤਾਂ ਸਤਿਗੁਰੂ ਜੀ ਆਪ ਹਾਥੀ ਉੱਤੋਂ ਉਤਰ ਕੇ ਢਾਲ ਤਲਵਾਰ ਫੜ ਕੇ ਸ਼ੇਰ ਨੂੰ ਲਲਕਾਰ ਕੇ ਪੈ ਗਏ। ਅੱਗੋਂ ਸ਼ੇਰ ਨੇ ਭਬਕ ਮਾਰ ਕੇ ਆਪ ਜੀ ਉੱਪਰ ਸਾਲ ਮਾਰੀ। ਤਾਂ ਗੁਰਮੁਖ ਪਿਆਰੇ, ਜਦੋਂ ਸ਼ੇਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਪਰ ਭਬਕ ਕੇ ਸਾਲ ਮਾਰੀ, ਮਹਾਰਾਜ ਜੀ ਨੇ ਢਾਲ ਮੂਹਰੇ ਕਰੀ। ਜਦੋਂ ਢਾਲ ਮੂਹਰੇ ਕਰੀ ਤੇ ਸ਼ੇਰ ਨੂੰ ਰੋਕਿਆ ਤੇ ਕਿਰਪਾਨ ਸ਼ੇਰ ਦੇ ਗੱਭੇ ਮਾਰੀ ਤੇ ਦੋ ਟੋਟੇ ਕਰਕੇ ਸਿੜ ਦਿੱਤੇ। ਆਖੋ ਸਤਨਾਮ। ਰਾਜੇ ਦੇਖ ਕੇ ਹੈਰਾਨ ਹੋ ਗਏ, ਬਾਰ-ਬਾਰ ਧਰਤੀ ਨੂੰ ਨਮਸਕਾਰਾ ਕਰੀ ਜਾਣ ਵੀ ਐਡਾ ਯੋਧਾ ਨਹੀਂ ਵੇਖਿਆ, ਐਡਾ ਬਲੀ ਅਵਤਾਰ ਨਹੀਂ ਦੇਖਿਆ। ਸਤਿਗੁਰੂ ਜੀ ਐਡੇ ਬਲੀ ਸੀ। ਜੇ ਗੱਲ ਕਰ ਲਈਏ ਲਖਾਰੀ ਦੀ, ਤੇ ਦੁਨੀਆ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਲਖਾਰੀ ਨਹੀਂ ਕੋਈ ਹੋਇਆ। ਜੇ ਗੱਲ ਕਰ ਲਈਏ ਤਿਆਗੀ ਦੀ, ਤਾਂ ਗੁਰਮੁਖ ਪਿਆਰੇ ਆਨੰਦਪੁਰ ਸਾਹਿਬ ਸਭ ਕੁਝ ਛਿੰਨਾਂ ਦੇ ਵਿੱਚ ਛੱਡ ਦਿੱਤਾ, ਐਡਾ ਵੱਡਾ ਕੋਈ ਤਿਆਗੀ ਨਹੀਂ ਹੋਇਆ। ਜੇ ਬਰਾਗੀ ਦੀ ਗੱਲ ਕਰ ਲਈਏ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਅੱਜ ਤੱਕ ਦੁਨੀਆ ਦੇ ਵਿੱਚ ਬਰਾਗੀ ਨਹੀਂ ਹੋਇਆ। ਜੇ ਗੱਲ ਕਰ ਲਈਏ ਗੁਰਮੁਖ ਪਿਆਰੇ ਸੂਰਮਤਾਈ ਦੀ, ਸੂਰਮੇ ਦੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਸੂਰਮਾ ਨਹੀਂ ਹੋਇਆ। ਜੇ ਗੱਲ ਕਰ ਲਈਏ ਗੁਰਮੁਖ ਪਿਆਰਿਓ
ਭਜਨ ਬੰਦਗੀ ਦੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਭਜਨੀਕ ਨਹੀਂ ਹੋਇਆ। ਹੇਮਕੁੰਡ ਦੀ ਧਰਤੀ ਤੇ 4 ਯੁੱਗ ਤਪੱਸਿਆ ਕੀਤੀ, ਆਖੋ ਸਤਨਾਮ। ਇਸ ਕਰਕੇ ਜੇ ਦਾਨੀ ਦੀ ਗੱਲ ਕਰ ਲਈਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਕੋਈ ਦਾਨੀ ਨਹੀਂ ਹੋਇਆ, ਜਿਨ੍ਹਾਂ ਨੇ ਸਾਰਾ ਸੰਸਾਰ, ਵਾਹਿਗੁਰੂ, ਜਿਨ੍ਹਾਂ ਨੇ ਸਾਰਾ ਪਰਿਵਾਰ ਹੀ ਆ ਤੁਹਾਡੇ ਸੰਸਾਰ ਦੇ ਲਈ ਕੁਰਬਾਨ ਕਰ ਦਿੱਤਾ, ਆਖੋ ਸਤਨਾਮ। ਤਾਂ ਗੁਰਮੁਖ ਪਿਆਰਿਓ, ਐਡਾ ਬਲੀ ਯੋਧਾ ਜਦੋਂ ਸ਼ੇਰ ਭਵਕ ਕੇ ਪਿਆ ਤਾਂ ਸਤਿਗੁਰੂ ਜੀ ਨੇ ਵੀਰ ਆਸਣ ਲਾ ਕੇ ਇੱਕ ਗੋਡਾ ਧਰਤੀ ਨੂੰ ਲਾ ਲਿਆ ਤੇ ਦੂਜਾ ਗੋਡਾ ਖੜਾ ਹੈ ਵੀਰ ਆਸਣ ਲਾ ਕੇ। ਜਦੋਂ ਆਇਆ ਸ਼ੇਰ ਤਾਂ ਮੂਰੇ ਢਾਲ ਕਰ ਦਿੱਤੀ। ਜਦੋਂ ਢਾਲ ਦੇ ਉੱਪਰ ਸ਼ੇਰ ਨੇ ਛਾਲ ਮਾਰੀ ਤੇ ਕਿਰਪਾਨ ਦੇ ਨਾਲ ਸ਼ੇਰ ਦੇ 2 ਟੋਟੇ ਕਰ ਦਿੱਤੇ। ਤਾਂ ਗੁਰਮੁਖ ਪਿਆਰਿਓ, ਬਾਹਰ ਕਰਕੇ ਉਹਦਾ ਪੇਟ ਚੀਰ ਦਿੱਤਾ। ਸ਼ੇਰ ਧਰਤੀ ਉੱਤੇ ਡਿੱਗ ਪਿਆ, ਜਿਸ ਨੂੰ ਵੇਖ ਕੇ ਦੋਵੇਂ ਰਾਜੇ ਹੋਰ ਯੋਧੇ ਭੱਜ ਕੇ ਗੁਰੂ ਜੀ ਦੇ ਪਾਸ ਆ ਕੇ ਗੁਰੂ ਦੇ ਚਰਨਾਂ ਨੂੰ ਚਿੰਬੜ ਗਏ। ਹੈਰਾਨੀ ਭਰੇ ਸ਼ਬਦਾਂ ਨਾਲ ਕਹਿਣ ਲੱਗੇ, ਧੰਨ ਗੁਰੂ, ਧੰਨ ਗੁਰੂ, ਧੰਨ ਗੁਰੂ। ਗੁਰੂ ਜੀ ਦੀ ਜੈਕਾਰ ਕਰਨ ਲੱਗ ਪਏ। ਸਤਿਗੁਰੂ ਜੀ ਨੇ ਸਾਰਿਆਂ ਨੂੰ ਦੱਸਿਆ ਕਿ ਇਹ ਸ਼ੇਰ ਪਹਿਲਾਂ ਪਾਂਡਵਾਂ ਦੇ ਕੁੱਲ ਵਿੱਚ ਪੈਦਾ ਹੋਇਆ ਸੀ। ਮਹਾਰਾਜ ਜੀ ਕਹਿਣ ਲੱਗੇ, ਇਹ ਸ਼ੇਰ ਇਹ ਪਾਂਡਵਾਂ ਦੇ ਕੁੱਲ ਦੇ ਵਿੱਚ ਪੈਦਾ ਹੋਇਆ ਸੀ। ਮਰ ਮਰ ਕੇ ਇਸਨੇ ਕਈ ਸਰੀਰ ਧਾਰਨ ਕੀਤੇ। ਹੁਣ ਇਹ ਸ਼ੇਰ ਦੀ ਜੂਨ ਇਹਦਾ ਅੰਤਲਾ ਸਰੀਰ ਸੀ। ਸਾਡੇ ਹੱਥੋਂ ਯੁੱਧ ਵਿੱਚ ਮਰਨ ਕਰਕੇ ਇਸ ਦਾ ਜਨਮ ਮਰਨ ਮਿਟ ਗਿਆ। ਸਤਿਗੁਰੂ ਜੀ ਪਾਸੋਂ ਇਹ ਵਾਰਤਾ ਸੁਣ ਕੇ ਲੋਕਾਂ ਨੇ ਆਪ ਜੀ ਦੀ ਵੀਰਤਾ ਤੇ ਅੰਤਰਜਾਮਤਾ ਦੀ ਬਹੁਤ ਸ਼ਲਾਘਾ ਕੀਤੀ। ਐਸੇ ਸੀ ਸਤਿਗੁਰੂ ਬਲੀ। ਇੱਕ ਵਾਰਤਾ ਹੋਰ ਨਿੱਕੀ ਜਿਹੀ ਬਸ ਸਮਾਪਤੀ ਹੈ। ਫਿਰ ਇਸੇ ਤਰ੍ਹਾਂ ਇੱਕ ਰਾਜੇ ਨੂੰ ਹੋਰ ਕੌਤਕ ਦਿਖਾਇਆ ਸੀ। ਜਦੋਂ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਲਿਆ ਵੀ ਤੇਰਾ ਕੋਈ ਸੂਰਮਾ ਸ਼ੇਰ ਦਾ ਸ਼ਿਕਾਰ ਖੇਡਣਾ। ਕਹਿੰਦੇ ਮਹਾਰਾਜ ਜੀ ਐਸਾ ਨਹੀਂ ਸਾਡੇ ਵਿੱਚ ਕੋਈ ਹੈਗਾ, ਅੱਜ ਤਾਂ ਚਿੜੀ ਉੜ ਜੇ ਤਾਂ ਡਰ ਜਾਂਦੇ ਆ, ਸਾਡੇ ਕੋਲ ਇਹੋ ਜਿਹਾ ਕੋਈ ਸੂਰਮਾ ਨਹੀਂ। ਕਹਿੰਦੇ ਤੁਸੀਂ ਦਿਖਾ ਦਿਓ ਮਹਾਰਾਜ ਜੀ। ਕਹਿੰਦੇ ਵਾਹਿਗੁਰੂ ਰਾਜੇ ਕਹਿੰਦੇ ਤੁਸੀਂ ਦਿਖਾ ਦਿਓ ਮਹਾਰਾਜ ਜੀ ਕੋਈ। ਕਹਿੰਦੇ ਮੈਂ ਦਿਖਾ ਦਿੰਦਾ, ਕੋਈ ਗੱਲ ਨਹੀਂ। ਇੱਕ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਸਿੰਘਾ ਲੈ ਫਿਰ ਆ ਜਾ, ਸ਼ੇਰ ਦਾ ਸ਼ਿਕਾਰ ਕਰਨਾ। ਕਹਿੰਦੇ ਕੋਈ ਸ਼ਾਸਤਰ ਨਹੀਂ ਲੈ ਕੇ ਆਉਣਾ, ਬਿਨਾਂ ਸ਼ਾਸਤਰ ਤੋਂ। ਸਿੰਘ ਨੇ ਗੁਰਮੁਖ ਪਿਆਰਿਓ ਇੱਕ ਕੰਬਲ ਲਿਆ, ਭੂਰਾ ਲਿਆ, ਉਹਨੂੰ ਭੂਰੇ ਨੂੰ ਦੋਨੇ ਕੰਨੀਆਂ ਪੈਰਾਂ ਨਾਲ ਦੱਬ ਲੀਆਂ ਤੇ ਹੱਥ ਵਿੱਚ ਉੱਪਰਲੇ ਕੰਨੀ ਹੱਥ 'ਚ ਫੜ ਲੀਆਂ। ਮਹਾਰਾਜ ਜੀ ਕਹਿੰਦੇ ਦੇਖ ਫਿਰ ਸਾਡੇ ਅੱਜ ਯੋਧਿਆਂ ਦਾ ਕਿਵੇਂ ਸ਼ੇਰ ਦਾ ਸ਼ਿਕਾਰ ਕਰਦੇ ਨੇ। ਇਹ ਜਿਹੜੇ ਸਿੰਘ ਰੱਖੇ ਹੋਏ ਨੇ ਐਵੇਂ ਨਹੀਂ ਰੱਖੇ ਹੋਏ। ਰਾਜੇ ਆ ਦੇਖ ਲਾ ਕੌਤਕ। ਜਦੋਂ ਗੁਰਮੁਖ ਪਿਆਰਿਓ ਸ਼ੇਰ ਭਵਕ ਕੇ ਛਾਲ ਮਾਰ ਲੱਗਿਆ ਨਾ, ਸਿੰਘ ਨੇ ਉਹ ਤਾਲ ਲਿਆ ਕੰਬਲ। ਜਦ ਕੰਬਲ ਤਾਲਿਆ, ਸ਼ੇਰ ਆਇਆ ਵਿੱਚ ਹੀ ਲਪੇਟ ਲਿਆ ਕੰਬਲ ਦੇ, ਬਾ ਕੁੱਟ ਕੇ ਡੰਡਿਆਂ ਦੇ ਨਾਲ ਸ਼ੇਰ ਮਾਰਤਾ। ਦੇਖ ਲਓ ਇਹੋ ਜਿਹੇ ਸਿੰਘ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ। ਰਾਜਾ ਹੈਰਾਨ ਰਹਿ, ਕਹਿੰਦਾ ਮਹਾਰਾਜ ਜੀ, ਕਹਿੰਦਾ ਜਦੋਂ ਤੁਹਾਡੇ ਸਿੰਘ ਇਹੋ ਜਿਹੇ ਨੇ ਫਿਰ ਤੁਸੀਂ ਕਿੰਨੀ ਵੀਰਤਾ ਹੀ ਰੱਖਦੇ ਹੋਵੋਗੇ। ਇਸ ਕਰਕੇ ਭਾਈ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਇਤਿਹਾਸ ਜਿਹੜਾ ਆਪਾਂ ਸੁਣਾ ਰਿਹਾ ਨਾ, ਇਹ ਸਾਨੂੰ ਪਤਾ ਲੱਗੇ ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਹਾਂ। ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਉਹਨਾਂ ਦਾ ਜੀਵਨ ਕੀ ਆ, ਉਹ ਕਿਹੋ ਜਿਹੇ ਸੀ, ਕੀ ਕਰਦੇ ਸੀ, ਕਿੱਥੇ ਗਏ ਕਿੱਥੇ ਆਏ, ਕਿਹਨੂੰ ਤਾਰਿਆ ਕਿਹਨੂੰ ਵਾਰਿਆ। ਸਾਨੂੰ ਇਹ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ। ਜਦੋਂ ਗਿਆਨ ਆ ਗਿਆ, ਗੁਰੂ ਨਾਲ ਪਿਆਰ ਬਣ ਜਾਣਾ। ਜਦੋਂ ਗੁਰੂ ਨਾਲ ਪਿਆਰ ਬਣ ਗਿਆ, ਸਰਦਾ ਭਾਵਨਾ ਦੇ ਨਾਲ ਤੁਸੀਂ ਸਿਮਰਨ ਕਰਨਾ ਸ਼ੁਰੂ ਕਰ ਦੇਣਾ। ਜਦੋਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਮਨ ਦੀਆਂ ਇੱਛਾ ਭਾਵਨਾ ਪੂਰੀਆਂ ਹੋ ਜਾਣੀਆਂ ਨੇ। ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਹੋ ਜਾਣਾ। ਸੋ ਇਸ ਕਰਕੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕਰਕੇ ਭਾਈ ਸਮੇਂ ਔਰ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕੀਤਾ। ਜੀ ਆਇਆਂ, ਧੰਨਵਾਦ। ਸਤਿਗੁਰੂ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟ ਧੰਨਵਾਦ। ਤੁਸੀਂ ਸਾਨੂੰ ਨਿਮਾਣਿਆਂ ਨੂੰ
ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬੈਠਣ ਦੇ ਸੁਭਾਗ ਸਮੇਂ ਬਖਸ਼ਿਸ਼ ਕੀਤੇ ਆ। ਆਪ ਜੀਆਂ ਦਾ ਕੋਟਨ ਕੋਟ 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 ਧੰਨਵਾਦ। ਆਓ ਜੋ ਅੱਜ ਦੇਗ ਦੀ ਸੇਵਾ ਸਰਦਾਰ ਜੀਤ ਸਿੰਘ ਜੀ ਭੁੱਲਰ, ਸਰਦਾਰ ਜੀਤ ਸਿੰਘ ਜੀ ਭੁੱਲਰ ਆ ਮੇਰੇ ਪਿਛਲੇ ਪਾਸੇ ਖੜੇ ਚੌਰ ਸਾਹਿਬ ਕਰ ਰਹੇ ਨੇ। ਇਹਨਾਂ ਦੀ ਦੇਗ ਦੀ ਸੇਵਾ ਤਾਂ ਵੈਸੇ ਕੱਲ੍ਹ ਸੀ, ਕਹਿੰਦੇ ਬਾਬਾ ਜੀ ਪਤਾ ਨਹੀਂ ਲੱਗਿਆ ਵੀ ਸਾਨੂੰ ਕੋਈ ਆਵਾਜ਼ ਨਹੀਂ ਸੁਣੀ, ਕਈ ਵਾਰ ਹੋ ਜਾਂਦਾ। ਮੈਨੂੰ ਵੀ ਐਂ ਸੀ ਮੈਂ ਚੱਲ ਮੈਂ ਫੋਨ ਕਰ ਦੂੰਗਾ, ਮੈਂ ਹੋਰੇ ਕੰਮਾਂ ਕਾਰਾਂ 'ਚ ਰੁੱਝ ਗਿਆ। ਮੇਰੇ ਕੋਲ ਮਿਸਤਰੀ ਆ ਗਿਆ ਕੱਲ੍ਹ। ਅੱਜ ਇਹ ਜਿਹੜਾ ਗੁਰਦੁਆਰਾ ਸਾਹਿਬ ਬਾਹਰਲਾ ਐਨ ਸਾਰਾ ਚਮਕਾ ਦੇਣਾ ਉੱਪਰੋਂ, ਲਾਈਟਾਂ ਲਾ ਕੇ। ਹੁਣ ਤਾਂ ਕੋਈ ਇੱਕ ਲਾਈਟ ਵੀ ਨਹੀਂ ਹੈਗੀ, ਹਨੇਰਾ ਗੁੰਮ ਰਹਿੰਦਾ। ਇਹਦੇ ਉੱਪਰ ਸਾਰੀਆਂ ਲਾਈਟਾਂ ਜੰਗਲੇ ਦੇ ਆਲੇ ਦੁਆਲੇ ਉੱਪਰ ਹੋ ਰਿਹਾ, ਸਿਰੇ ਤੱਕ ਸਤਿਗੁਰੂ ਨੇ ਕਿਰਪਾ ਕਰ ਦੇਣੀ ਆ। ਮਹਾਰਾਜ ਜੀ ਨੇ ਕੱਲ੍ਹ ਮਿਸਤਰੀ ਬੁਲਾਇਆ ਸੀ, ਮੈਂ ਕਿਹਾ ਖਰਚੇ ਦੀ ਪਰਵਾਹ ਨਾ ਕਰੀ, ਕੋਈ ਐਨ ਪੂਰਾ ਦੀਵਾਲੀ ਦੇ ਦਿਨ ਵੀ ਨੇੜੇ ਆਉਂਦੇ ਜਾਂਦੇ ਨੇ ਤੇ ਗੁਰਪੁਰਬ ਵੀ ਨੇੜੇ ਆਉਂਦਾ ਜਾਂਦਾ, ਚਾਹੇ ਮਾਂ 50,000 ਰੁਪਏ ਲੱਗ ਜੇ ਪਰ ਗੁਰਦੁਆਰਾ ਚਮਕਾ ਦੇਵੇ। ਕਹਿੰਦਾ ਕੋਈ ਨਹੀਂ ਬਾਬਾ ਜੀ ਪਰਵਾਹ ਨਾ ਕਰੋ, ਅੱਜ 9 ਵਜੇ ਬਾਹਰਲਾ ਕੰਮ ਸ਼ੁਰੂ ਹੋ ਜਾਣਾ। ਇਹ ਤੁਹਾਡਾ ਗੁਰਦੁਆਰਾ, ਤੁਹਾਡੇ ਹੀ ਰਹਿਣਾ। ਸਾਡੇ ਵਰਗ ਦਾ ਇਹ ਨਹੀਂ ਪਤਾ ਵੀ ਕਦੋਂ ਸੁਨੇਹਾ ਆ ਜਾਵੇ, ਕਦੋਂ ਕਿੱਥੇ ਜਾਣਾ ਪੈ ਜੇ, ਕੀ ਹੋ ਜਾਵੇ। ਕਿਉਂਕਿ ਜਿੱਥੇ ਸਤਿਗੁਰੂ ਨੇ ਸੇਵਾ ਲੈਣੀ ਹੁੰਦੀ ਹੈ ਉੱਥੇ ਹੀ ਲੈਣੀ ਹੈ। ਸਾਡਾ ਤਾਂ ਚੌਂਕੀਦਾਰ ਆ ਭਾਈ, ਹੋਕਾ ਦੇਣ ਦਾ ਸਾਡਾ ਫਰਜ਼ ਬਣਦਾ। ਜਿਹੜਾ ਕੋਈ ਜਾਗ ਲੂਗਾ ਆਪਣਾ ਘਰ ਬਚਾ ਲੈਂਦਾ। ਇਸ ਕਰਕੇ ਸਾਰੇ ਸੰਗਤਾਂ ਸੇਵਾ ਦੇ ਵਿੱਚ ਯੋਗਦਾਨ ਪਾਇਆ ਕਰੋ। ਜਿਵੇਂ ਮਹਾਰਾਜ ਦੇ ਬਸਤਰ ਆ ਗਏ ਗੁਰਪੁਰਬ ਦੇ ਦਿਹਾੜੇ ਵਾਸਤੇ, ਜਨਮ ਦਿਹਾੜੇ ਵਾਸਤੇ, ਤੇ 2 ਗਮਲਿਆਂ ਦੀ ਸੇਵਾ, ਤੇ ਹੋਰ ਕੱਲ੍ਹ ਮਾਈਆਂ ਬੀਬੀਆਂ ਨੇ ਕਿਸੇ ਨੇ 500 ਰੁਪਈਆ, ਕਿਸੇ ਨੇ 100 ਰੁਪਈਆ, ਕਿਸੇ ਨੇ 200 ਰੁਪਈਆ ਗਮਲਿਆਂ ਦੀ ਸੇਵਾ ਵਾਸਤੇ ਭੇਜਿਆ। ਐਂ ਥੋੜ੍ਹੇ ਥੋੜ੍ਹੇ ਕਰਕੇ ਆਪਾਂ ਨੇ ਸਾਰੀ 27 ਤਰੀਕ ਨੂੰ ਮੈਂ ਜਾਣਾ ਹੈ। 27 ਤਰੀਕ ਨੂੰ ਇਹ ਗਮਲੇ ਜਿਹੜੇ ਲੈ ਕੇ ਆਣੇ ਨੇ, ਸਟੀਲ ਦੇ ਗਮਲੇ ਨੇ, 2-2 ਫੁੱਟ ਉੱਚੇ, ਐਨ ਫੁੱਲ ਪਾ ਕੇ ਪਤਾ ਲੱਗੇ ਵੀ ਸਤਿਗੁਰੂ ਜੀ ਵਿੱਚ ਬੈਠੇ ਨੇ, ਆਲੇ ਦੁਆਲੇ ਗਮਲੇ ਲੱਗੇ ਹੋਏ ਨੇ। 27 ਤਰੀਕ ਨੂੰ ਦੀਵਾਨ ਆ ਮੇਰਾ ਰਾਜਪੁਰੇ, ਉਦੋਂ ਅਸੀਂ ਨੇ ਫਿਰ ਉੱਧਰੋਂ ਜਾਵਾਂਗੇ ਤੇ ਲੈ ਕੇ ਆਵਾਂਗੇ। ਜਿਨ੍ਹਾਂ ਸੰਗਤਾਂ ਨੇ ਭਾਈ ਯੋਗਦਾਨ ਪਾਉਣਾ, ਹੁਣ ਬਿਜਲੀ ਦਾ ਕੰਮ ਚੱਲਣਾ, ਪੈਸਿਆਂ ਦਾ ਕੰਮ ਆ ਸਾਰਾ, ਇਹ ਤੁਹਾਡੇ ਗੁਰਦੁਆਰਾ ਆਪਣੇ ਗੁਰੂ ਆ, ਸਾਰੇ ਨੇ ਆਪਣੇ ਰਲ ਮਿਲ ਕੇ ਕਰਨਾ ਹੈ। ਤੇ ਥੋੜ੍ਹਾ ਥੋੜ੍ਹਾ ਯੋਗਦਾਨ ਸਾਰੀਆਂ ਸੰਗਤਾਂ ਨੇ ਪਾਉਣਾ, ਸਾਡਾ ਫਰਜ਼ ਬਣਦਾ। ਸਾਡੇ ਗੁਰੂ ਜੀ ਨੇ, ਸਾਡੇ ਪਿਤਾ ਜੀ ਨੇ। ਮਹਾਰਾਜ ਜੀ ਕਹਿੰਦੇ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਸਾਡੇ ਅਸਲ ਦੇ ਪਿਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ, ਤੇ ਅਸੀਂ ਇਹਦੀ ਧੀਆਂ, ਅਸੀਂ ਇਹਨਾਂ ਦੇ ਪੁੱਤਰਾਂ, ਤੇ ਫਿਰ ਧੀਆਂ ਪੁੱਤਰਾਂ ਦਾ ਫਰਜ਼ ਬਣਦਾ। ਇਸ ਕਰਕੇ ਅੱਜ ਬਿਜਲੀ ਦਾ ਕੰਮ ਸ਼ੁਰੂ ਹੋ ਜਾਣਾ। ਤੇ ਗੁਰਮੁਖ ਪਿਆਰੇ ਜਿਨ੍ਹਾਂ ਨੇ ਯੋਗਦਾਨ ਪਾਉਣਾ, ਆਪਣਾ ਭਾਈ ਤਿਲ ਫੁੱਲ ਉਹ ਪਾ ਸਕਦਾ। 27 ਤਰੀਕ ਨੂੰ ਗਮਲੇ ਲੈ ਕੇ ਆਵਾਂਗੇ। ਜਿਨ੍ਹਾਂ ਸੰਗਤਾਂ ਨੇ ਮਾਇਆ ਦਾ ਯੋਗਦਾਨ ਪਾਉਣਾ ਉਹ ਪਾ ਸਕਦਾ, ਕਿਉਂ ਜੇ ਇਕੱਲੇ ਨੂੰ ਕਹਾਂਗੇ ਫਿਰ ਥੋੜ੍ਹਾ ਜਿਹਾ ਵੱਧ ਹੋ ਜਾਂਦਾ ਕੰਮ, ਸਾਰੀ ਸੰਗਤਾਂ ਨੂੰ ਕੁਝ ਨਹੀਂ ਲੱਗਦਾ। ਸੋ ਜਿਨ੍ਹਾਂ ਸੰਗਤਾਂ ਨੇ ਸੇਵਾ ਭੇਜੀ ਹੈ, ਕਿਸੇ ਨੇ 500 ਰੁਪਈਆ, ਕਿਸੇ ਨੇ 200 ਰੁਪਏ, ਕਿਸੇ ਨੇ 100 ਰੁਪਈਆ, ਕਿਸੇ ਨੇ 1000 ਰੁਪਈਆ। ਸੋ ਸਾਰਿਆਂ ਦਾ, ਸੇਵਾਦਾਰਾਂ ਦਾ ਧੰਨਵਾਦ। ਸਤਿਗੁਰੂ ਕਿਰਪਾ ਕਰਨ 10 ਗੁਣਾ ਤੋਂ ਵੱਧ ਤੁਹਾਡੀ ਮਾਇਆ ਨੂੰ ਸਫਲੀ ਕਰਕੇ 10 ਗੁਣਾ ਖਜ਼ਾਨੇ ਭਰਪੂਰ ਕਰਨ, ਕੱਲ੍ਹ ਕੰਡਕ ਦੂਰ ਕਰਨ, ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਣ। ਆਓ ਸ਼ਲੋਕ ਅਰਦਾਸ ਹੁਕਮਨਾਮਾ ਸਾਹਿਬ ਕੜਾ ਪ੍ਰਸਾਦ ਦਿੰਦੇ ਕਰ ਲੈ ਕਰਕੇ ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ,